अस्सलाम वालेकुम माय ऑल ओवर फ्रेंड्स, कैसे हैं सब? ठीक है, मेरी दुआ है आप सब हमेशा खुश रहें, हंसते मुस्कुराते रहें। अल्लाह ताला आपको कामयाब करे। देसी क्वीन चैनल ਤੇ ਤੁਹਾਡਾ ਵੈਲਕਮ ਕਰਦੀ ਹਾਂ। ਅੱਜ ਤੁਹਾਡੇ ਲਈ ਮੈਂ ਲੈ ਕੇ ਆਈ ਹਾਂ ਲੇਲੇ ਦੀ ਸੀਰੀ ਦੀ ਰੈਸਪੀ। ਤੇ ਇੱਕ ਇਹ ਪੂਰੀ ਸੀਰੀ ਸੀ, ਇਹਨੂੰ ਚੰਗੀ ਤਰ੍ਹਾਂ ਧੋ ਕੇ ਹੱਡੀਆਂ ਸੀ ਕੱਢ ਕੇ ਸੁੱਟ ਛੜੀਆਂ ਨੇ, ਬਸ ਗੋਸ਼ਤ ਹੀ ਇਹਦਾ ਪਾਇਆ ਹੈ। ਇਹਦੇ ਵਿੱਚ ਮੈਂ ਪੂਰੀ ਸੀਰੀ ਸੀ ਤੇ 1 ਚਮਚ ਭਰ ਕੇ ਟੀਸੀ ਲਾ ਕੇ ਨਮਕ ਦਾ ਪਾਇਆ ਸੀ, 1 ਚਮਚ ਹਲਦੀ ਪਾਈ ਸੀ ਤੇ 1 ਚਮਚ ਕਾਲੀ ਮਿਰਚ ਪਾਊਡਰ ਪਾਇਆ ਸੀ, ਵਿੱਚ ਜ਼ੀਰਾ ਤੇ ਸੁੱਕਾ ਧਨੀਆ ਵੀ ਮਿਕਸ ਸੀ। ਇੱਥੇ 3-4 ਪਿਆਜ਼ ਲਏ ਨੇ ਮੈਂ ਇੰਨੇ ਕੁ ਮਸਾਲੇ ਲਈ, ਕਿਉਂਕਿ ਮੈਂ ਭੁੱਜਾ ਬਣਾ ਰਹੀ ਹਾਂ ਤੇ ਇਸ ਲਈ ਇੰਝ ਪਾਵਾਂਗੀ। ਤੇ ਇਹਦੇ ਵਿੱਚ ਮੈਂ 2 ਟਮਾਟਰ ਪਾਏ ਨੇ, ਹਰੀਆਂ ਮਿਰਚਾਂ 5-6 ਪਾਈਆਂ, ਥੋੜ੍ਹਾ ਜਿਹਾ ਲਸਣ ਪਾਇਆ ਤੇ ਇਹਨੂੰ ਮੈਂ ਦੇਚਕੀ 'ਚ ਪਾਇਆ ਸੀ। ਤੇ ਫਿਰ ਮੈਂ ਪ੍ਰੈਸ਼ਰ 'ਚ ਚੇਂਜ ਕਰਕੇ ਪ੍ਰੈਸ਼ਰ 'ਚ 15 ਮਿੰਟ ਇਹਨੂੰ ਮੈਂ ਵੇਟ ਲਵਾਇਆ ਹੈ, ਤਾਂ ਕਿ ਜਿਹੜਾ ਗੋਸ਼ਤ ਚੰਗੀ ਤਰ੍ਹਾਂ ਗਲ ਜਾਏ। ਉਹਦੇ ਵਿੱਚ ਗਲਿਆ ਨਹੀਂ ਸੀ ਤੇ ਇਸ ਲਈ ਮੈਂ ਇਹਦੇ ਵਿੱਚ 15 ਮਿੰਟ ਦਾ ਵੇਟ ਲਵਾ ਲਿਆ, ਤਾਂ ਕਿ ਆਸਾਨੀ ਨਾਲ ਗਲ ਜਾਏ। ਤੁਸੀਂ ਵੀ ਇਸ ਤਰੀਕੇ ਨਾਲ ਬਣਾਉਣਾ। 15 ਮਿੰਟ ਦਾ ਵੇਟ ਲਵਾਇਆ ਤੇ ਵੇਖੋ ਸਾਰਾ ਕੁਛ ਤੁਹਾਡਾ ਗਲ ਚੁੱਕਿਆ ਹੈ। ਤੇ ਹੁਣ ਅਸੀਂ ਇਹਦੀ ਕਰਾਂਗੇ ਭੁਨਾਈ। ਤੇ ਜਿਹੜੇ ਟਮਾਟਰ ਦੇ ਛਿਲਕੇ ਵਗੈਰਾ ਨੂੰ ਤੁਸੀਂ ਸਾਈਡ 'ਤੇ ਕਰ ਲੈਣੇ, ਤੇ ਮਿਰਚਾਂ ਦੇ ਛਿਲਕੇ ਵੀ ਤੁਸੀਂ ਕੱਢ ਦੇਣੇ ਨੇ, ਤਾਂ ਕਿ ਵਿੱਚ ਨਾ ਰਲਣ। ਇੱਥੇ ਘੀ ਤੁਸੀਂ ਪਾਉਣਾ ਵੇ, ਮੈਂ ਇੱਥੇ 2 ਡੋਈ ਘੀ ਪਾਇਆ। ਤੁਸੀਂ ਕਾਮੀਆਂ ਜ਼ਿਆਦਾ ਕੱਢ ਲਿਆ। ਜੇ ਇਹਦੀ ਭੁਨਾਈ ਤੁਸੀਂ ਵਧੀਆ ਕਰਕੇ ਕਰਨੀ ਤੇ ਘੀ ਤੁਸੀਂ ਨਾ ਪਾਉਣਾ, ਜਿੰਦੇ 'ਚ ਚੰਗੀ ਤਰ੍ਹਾਂ ਭੁੱਜ ਜਾਏ। ਅਗਰ ਤੁਸੀਂ ਘੀ ਘੱਟ ਪਾਓਗੇ ਤਾਂ ਭੁੱਜੇਗਾ ਨਹੀਂ। ਭੁਨਾਈ ਤੁਸੀਂ ਇਹਦੀ ਬਹੁਤ ਹੀ ਵਧੀਆ ਕਰਕੇ ਕਰਨੀ ਹੈ। ਜਿੰਨੀ ਵਧੀਆ ਤੁਸੀਂ ਇਹਦੀ ਭੁਨਾਈ ਕਰੋਗੇ ਓਡਾ ਮਜ਼ੇ ਦਾ ਤੁਹਾਡਾ ਸਾਲਨ ਤਿਆਰ ਹੋਏਗਾ। ਮੈਂ ਇਹਦੇ ਵਿੱਚ ਲਾਲ ਮਿਰਚਾਂ ਨਹੀਂ ਸੀ ਪਾਈਆਂ, ਹਰੀਆਂ ਪਾਈਆਂ ਨੇ ਤੇ ਕਾਲੀਆਂ ਮਿਰਚਾਂ ਦਾ ਪਾਊਡਰ ਪਾਇਆ। ਤੁਸੀਂ ਚਾਹੋ ਤਾਂ ਲਾਲ ਮਿਰਚਾਂ ਵੀ ਪਾ ਸਕਦੇ ਹੋ ਕਾਲੀਆਂ ਮਿਰਚਾਂ ਦੀ ਜਗ੍ਹਾ 'ਤੇ। ਇਸ ਲਈ ਅਗਰ ਤੁਸੀਂ ਕਾਲੀ ਮਿਰਚ ਪਾਉਂਦੇ ਹੋ ਤਾਂ ਹਾਂਡੀ ਦਾ ਕੋਈ ਨੁਕਸਾਨ ਨਹੀਂ ਹੁੰਦਾ। ਸਾਲਨ ਤੁਸੀਂ ਕਾਮੀਆਂ ਜ਼ਿਆਦਾ ਖਾ ਵੀ ਲਵੋ ਤਾਂ ਮੈਦੇ ਨੂੰ ਨੁਕਸਾਨ ਨਹੀਂ ਪਹੁੰਚਦਾ। ਮੇਰਾ ਮਸ਼ਵਰਾ ਹੈ ਕਿ ਤੁਸੀਂ ਹਰੀ ਮਿਰਚ ਅਤੇ ਕਾਲੀ ਮਿਰਚ ਯੂਜ਼ ਕਰਿਆ ਕਰੋ, ਲਾਲ ਮਿਰਚ ਬਹੁਤ ਘੱਟ ਯੂਜ਼ ਕਰਿਆ ਕਰੋ, ਕਿਉਂਕਿ ਉਹ ਮੈਦੇ ਨੂੰ ਨੁਕਸਾਨ ਦੇਣ। ਅਤੇ ਅੱਜ ਕੱਲ੍ਹ ਵੈਸੇ ਵੀ ਬੰਦਾ ਬਾਜ਼ਾਰ ਦੇ ਖਾਣੇ ਖਾ ਕੇ ਮੈਦੇ ਤੇ ਅਸਾਂ ਖਰਾਬ ਕਰ ਹੀ ਲਏ ਨੇ। ਤੁਸੀਂ ਜਿਹੜਾ ਇਹਨੂੰ ਚੰਗੀ ਤਰ੍ਹਾਂ ਭੁੰਨਦੇ ਜਾਣਾ, ਚਮਚ ਤੁਸੀਂ ਮੁਸਲਸਲ ਚਲਾਉਂਦੇ ਜਾਣਾ, ਤਾਂ ਕਿ ਨੀਚੇ ਲੱਗੇ ਨਾ। ਘੀ ਤੁਸੀਂ ਥੋੜ੍ਹਾ ਜ਼ਿਆਦਾ ਹੀ ਕੰਮ ਪਾ ਲਿਆ ਜੇ, ਤਾਂ ਕਿ ਮਸਾਲਾ ਚੰਗੀ ਤਰ੍ਹਾਂ ਭੁੱਜ ਜਾਏ। ਅਤੇ ਮੈਂ ਇਸ ਤੋਂ ਨਹੀਂ ਨਾ ਪਾਇਆ, ਕਿਉਂਕਿ ਫਿਰ ਬਾਅਦ 'ਚੋਂ ਕੱਢ ਕੇ ਜ਼ਾਇਆ ਕਰਨਾ ਅਤੇ ਬਿਹਤਰ ਵੀ ਅਸੀਂ ਹੁਣ ਹੀ ਥੋੜ੍ਹਾ ਘੱਟ ਪਾ ਲੈਂਦੇ ਹਾਂ। ਵੈਸੇ ਵੀ ਸਿਹਤ ਲਈ ਘੀ ਚੰਗਾ ਨਹੀਂ ਹੁੰਦਾ। ਤੁਸੀਂ ਉਨੀ ਦੇਰ ਤੱਕ ਭੁੰਨਣਾ ਜਿੰਨੀ ਦੇਰ ਤੱਕ ਇਹਦਾ ਘੀ ਸੈਪਰੇਟ ਨਹੀਂ ਹੋ ਜਾਂਦਾ। ਹਾਂਡੀ ਸਾਡੀ ਭੁੱਜਣ 'ਤੇ ਆ ਚੁੱਕੀ ਹੈ। ਸਟੇਜ 'ਤੇ ਆ ਕੇ ਤੁਸੀਂ ਇਹਦੇ ਵਿੱਚ ਸਬਜ਼ ਧਨੀਆ ਅਤੇ ਥੋੜ੍ਹੀਆਂ ਜਿਹੀਆਂ ਹਰੀਆਂ ਮਿਰਚਾਂ ਕੱਟ ਕੇ ਉੱਤੋਂ ਗਾਰਨਿਸ਼ ਕਰਕੇ ਪਾ ਲਿਆ ਜੇ, ਬੜਾ ਹੀ ਵਧੀਆ ਫਲੇਵਰ ਆਉਂਦਾ। ਅਗਰ ਕਿਸੇ ਨੂੰ ਜ਼ਿਆਦਾ ਸਪਾਈਸੀ ਚਾਹੀਦਾ ਹੋਵੇ ਸਾਲਨ, ਤਾਂ ਉਹ ਹਰੀਆਂ ਮਿਰਚਾਂ ਨਾਲ ਖਾ ਲਵੇ। ਅਤੇ ਸਬਜ਼ ਧਨੀਆ ਪਾਇਆ ਜੇ ਜ਼ਰੂਰ, ਉਹਦੀ ਬਹੁਤ ਹੀ ਪਿਆਰੀ ਖੁਸ਼ਬੂ ਆਉਂਦੀ ਹੈ। ਅਤੇ ਸਾਡੇ ਘਰ ਅਕਸਰ ਮਹਿਮਾਨ ਆਉਂਦੇ ਨੇ ਜਿਨ੍ਹਾਂ ਨੂੰ ਸਬਜ਼ ਧਨੀਆ ਅਤੇ ਇਹ ਉੱਤੇ ਪਸੰਦ ਨਹੀਂ ਹੈ, ਹਰੀਆਂ ਮਿਰਚਾਂ ਬਾਅਦ 'ਚ ਪਾਉਣੀਆਂ, ਅਤੇ ਇਸ ਲਈ ਮੈਂ ਨਹੀਂ ਪਾਉਂਦੀ। ਵੈਸੇ ਅਦਰਵਾਈਜ਼ ਮੈਂ ਖਾਣੇ ਦੇ ਉੱਤੇ ਸਬਜ਼ ਧਨੀਆ ਤੋਂ ਬਗੈਰ ਖਾਣਾ ਨਹੀਂ ਬਣਾਉਂਦੀ। ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਖਾਣ ਦੇ ਵਿੱਚ ਸਬਜ਼ ਧਨੀਆ, ਅਤੇ ਤੁਸੀਂ ਵੀ ਜ਼ਰੂਰ ਪਾਇਆ ਕਰੋ। ਉਹਦੇ ਨਾਲ ਬਹੁਤ ਪਿਆਰੀ ਖੁਸ਼ਬੂ ਆਉਂਦੀ ਹੈ। ਵੇਖੋ ਸਾਡੇ ਜਿਹੜਾ ਵੇ ਗੋਸ਼ਤ ਇਹਦੀ ਭੁਨਾਈ ਹੋ ਚੁੱਕੀ ਹੈ, ਅਤੇ ਬਹੁਤ ਹੀ ਵਧੀਆ ਕਰਕੇ ਗੋਸ਼ਤ ਸਾਡਾ ਭੁੱਜ ਚੁੱਕਿਆ ਹੈ ਸੀਰੀ ਦਾ। ਅਤੇ ਹੱਡੀਆਂ ਤੁਸੀਂ ਇਹਦੀਆਂ ਜ਼ਰੂਰ ਸੈਪਰੇਟ ਕਰ ਲੈਣੀਆਂ। ਅਗਰ ਹੱਡੀਆਂ ਵਿੱਚ ਪਾਓ ਤਾਂ ਫਿਰ ਉਹਦੇ ਨਾਲ ਤੁਹਾਡਾ ਭੁੱਜਾ ਗੋਸ਼ਤ ਹੋਵੇ, ਦੇ ਵਿੱਚ ਹੱਡੀਆਂ ਦਾ ਬਾਰ ਜ਼ਾਇਕਾ ਆਉਂਦਾ, ਅਤੇ ਫਿਰ ਬਹੁਤ ਹੀ ਬੁਰਾ ਲੱਗਦਾ। ਅਤੇ ਇਸ ਲਈ ਤੁਸੀਂ ਹੱਡੀ ਜਿਹੜੀ ਹੈ ਨਾ ਉਹ ਜ਼ਰੂਰ ਕੱਢ ਲੈਣੀ ਹੈ। ਮੇਨ ਹੱਡੀ ਬਸ ਰਹਿਣ ਦੇਣੀ ਹੈ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਅੱਲਾ ਹਾਫਿਜ਼।